ਸਰ ਸੰਵਿਧਾਨ ਕਿਉਂ ਲਾਗੂ ਹੋਇਆ? ਪਤਾ ਨਹੀਂ। ਮੈਮ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ? सॉरी मैम मैं लेट हो रही हूँ 26 ਜਨਵਰੀ ਇਸ ਕਰਕੇ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ, ਆਜ਼ਾਦੀ ਵਾਲੇ ਦਿਨ। ਮੈਮ ਦੇਸ਼ ਆਜ਼ਾਦ ਹੋਇਆ ਸੀ ਤਾਂ ਉਹ ਤਾਂ ਇੰਡੀਪੈਂਡੈਂਸ ਡੇ ਹੈ ਨਾ। ਮੈਮ 26 ਜਨ ਨੂੰ ਕੀ ਹੋਇਆ ਸੀ? टीशर्ट आती है ਹਾਂਜੀ सर मैम प्लीज ਕਿੰਨੇ ਟਾਈਮ ਦੇ ਵਿੱਚ ਸੰਵਿਧਾਨ ਤਿਆਰ ਹੋ ਗਿਆ ਸੀ? ये अप्रॉक्स 2 साल 11 महीने कुछ दिन ਐਗਜ਼ੈਕਟਲੀ नहीं इन्ना तो नहीं याद है 2 ਸਾਲ 11 ਮਹੀਨੇ। हाँ जी जी 2 ਸਾਲ 11 ਮਹੀਨੇ ਹੀ ਤਿਆਰ ਹੋਇਆ ਸੀ, ਮੈਂ ਦੱਸ ਰਹੀ ਹਾਂ। एट टाइम जी ओके थैंक यू ਸੰਵਿਧਾਨ ਨੂੰ ਬਣਾਉਣ ਨੂੰ ਕਿੰਨਾ ਟਾਈਮ ਲੱਗਿਆ ਸੀ? ਸੌਰੀ ਆਈ ਡੋਨਟ ਨੋ। ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ? ਆਜ਼ਾਦੀ ਦਾ ਦਿਨ ਹੁੰਦਾ। ਆਜ਼ਾਦ ਹੋਇਆ ਸੀ ਦੇਸ਼ ਵਿੱਚ? ਹਾਂਜੀ ਪੱਕਾ ਸਰ? ਯੈਸ। ਸਰ ਫਿਰ 15 ਅਗਸਤ ਨੂੰ ਕੀ ਹੋਇਆ ਸੀ? 15 ਅਗਸਤ ਨੂੰ ਯਾਦ ਨਹੀਂ। ਨੈਸ਼ਨਲ Song ਕਿਹੜਾ ਮੈਮ? जनगण ਮੈਮ ਫਿਰ ਨੈਸ਼ਨਲ ਐਂਥਮ ਕਿਹੜਾ? ਸਰ 26 ਜਨਵਰੀ ਕਿਉਂ ਮਨਾਈ ਜਾਂਦੀ ਹੈ? 26 ਜਨਵਰੀ ਆਪਣਾ ਦੇਸ਼ ਆਜ਼ਾਦ ਹੋਇਆ ਸੀ। 26 ਜਨਵਰੀ ਨੂੰ ਦੇਸ਼ ਆਜ਼ਾਦ ਹੋਇਆ ਸੀ? ਨਹੀਂ ਮੈਮ 26 ਜਨਵਰੀ ਕਿਉਂ ਮਨਾਈ ਜਾਂਦੀ ਹੈ? ਸਾਡੇ ਦੇਸ਼ ਲਈ ਬਹੁਤ ਬੜਾ ਦਿਨ ਹੁੰਦਾ ਮੈਡਮ ਜੀ ਬਹੁਤ ਖੁਸ਼ੀ ਦਾ ਦਿਨ ਆ ਜੀ ਕਿਉਂ? ਕਿਉਂਕਿ ਸਾਡਾ ਦੇਸ਼ ਆਜ਼ਾਦ ਹੋਇਆ ਸੀ 26 ਜਨਵਰੀ ਨੂੰ ਆਜ਼ਾਦ ਹੋਇਆ ਸੀ ਦੇਸ਼, 15 ਅਗਸਤ ਨੂੰ 15 ਹੋਇਆ। ਅਗਸਤ ਨੂੰ ਸੌਰੀ ਮੈਮ ਜੇ ਸੰਵਿਧਾਨ ਦੇ ਵਿੱਚ ਆਪਣੇ ਕੁਝ ਫੰਡਾਮੈਂਟਲ ਰਾਈਟਸ ਨੇ, ਦੱਸੋਗੇ ਕੀ ਨੇ? ਮੈਡਮ ਹੁਣ ਇਹਨਾਂ ਦਾ ਤੁਹਾਨੂੰ ਕੋਈ ਜਾਣਕਾਰੀ ਤੁਹਾਨੂੰ ਆਪਣੇ ਫੰਡਾਮੈਂਟਲ ਰਾਈਟਸ ਨਹੀਂ ਪਤਾ? ਤੁਸੀਂ ਦੱਸ ਦਿਓ ਮੈਡਮ ਪਹਿਲਾਂ। ਮੈਨੂੰ ਤਾਂ ਪਤਾ ਸਰ। ਦੱਸੋ ਬਈ। ਫੰਡਾਮੈਂਟਲ ਰਾਈਟਸ ਨੇ ਜਿਹੜੇ ਆਪਣੇ ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਫਰੀडम ਆਫ ਰਿਲੀਜਨ। ਹੁਣ ਗੱਲਾਂ ਸਭ ਨੂੰ ਹੀ ਪਤਾ ਵਾ। ਸਰ ਤੁਹਾਨੂੰ ਪਤਾ ਨਹੀਂ ਸੀ? ਡਾਕਟਰ B.R. ਅੰਬੇਡਕਰ ਜੀ, ਉਹਨਾਂ ਦਾ ਜਨਮ ਪਤਾ ਤੁਹਾਨੂੰ ਕਦੋਂ ਹੋਇਆ? ਨਹੀਂ ਸਰ ਮੈਨੂੰ ਨਹੀਂ ਪਤਾ ਉਹਦੇ ਬਾਰੇ। ਨਵੀਂ ਦਿੱਲੀ ਦੇ ਵਿੱਚ ਜਿਹੜੀ ਪਰੇਡ ਹੁੰਦੀ ਹੈ ਉਹਦੇ ਵਿੱਚ ਸਲਾਮੀਆਂ ਜਿਹੜੀ ਕਿਹਨੂੰ ਦਿੱਤੀ ਜਾਂਦੀ? ਮੈਨੂੰ ਪਤਾ ਨਹੀਂ। ਮੈਮ ਸੰਵਿਧਾਨ ਕਦੋਂ ਲਾਗੂ ਹੋਇਆ ਸੀ? 1956 ਪੱਕਾ? ਹਾਂਜੀ ਮੈਮ ਸੰਵਿਧਾਨ 1950 ਵਿੱਚ ਲਾਗੂ ਹੋਇਆ ਸੀ। ਸੌਰੀ ਮੈਮ ਗਵਰਨਮੈਂਟ EMPLOYEE ਆ ਨੇ, ਸਾਰੇ ਟੈਕਸਟ ਕਲੀਅਰ ਕਰਕੇ ਆਉਂਦੇ ਨੇ, ਇਹਨਾਂ ਨੂੰ ਫਿਰ ਸਡਨਲੀ ਪੁੱਛੋ, ਜਿੱਦਾਂ ਮਰਜ਼ੀ ਪੁੱਛੋ, ਪਤਾ ਹੋਣਾ ਚਾਹੀਦਾ ਨਾ। ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਈਸ਼ਾ। 26 ਜਨਵਰੀ 1950 ਨੂੰ ਸਾਡੇ ਭਾਰਤ ਦੇਸ਼ ਵਿੱਚ ਸੰਵਿਧਾਨ ਆ ਜਿਹੜਾ ਕਿ ਲਾਗੂ ਹੋਇਆ ਸੀ। ਇਸ ਲਈ 26 ਜਨਵਰੀ ਨੂੰ ਜਗ੍ਹਾ ਜਗ੍ਹਾ ਤੇ ਜਿਹੜੇ ਕਿ ਭਾਸ਼ਣ ਪ੍ਰਤੀਯੋਗਿਤਾਵਾਂ ਨੇ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਨੇ, ਝੰਡਾ ਲਹਿਰਾਇਆ ਜਾਂਦਾ ਹੈ ਤੇ ਜਿਹੜਾ ਸਭ ਤੋਂ ਵੱਡੀ ਪਰੇਡ ਜਿਹੜੀ ਕਿ ਨਵੀਂ ਦਿੱਲੀ ਦੇ ਵਿੱਚ ਰੱਖੀ ਜਾਂਦੀ ਹੈ, ਜਿਸ ਵਿੱਚ ਰਾਸ਼ਟਰਪਤੀ ਨੂੰ ਜਿਹੜੀ ਕਿ ਸਲਾਮੀ ਦਿੱਤੀ ਜਾਂਦੀ ਹੈ। ਤੇ ਇਸ ਨੂੰ ਲੈ ਕੇ ਜਿਹੜਾ ਲੁਧਿਆਣਾ ਲਾਈਵ ਆ ਇੱਕ ਕੁਇਜ਼ ਲੈ ਕੇ ਆਇਆ ਹੈ ਤੇ ਜਾਣਾਂਗੇ ਲੋਕਾਂ ਤੋਂ ਕਿ ਉਹਨਾਂ ਨੂੰ 26 ਜਨਵਰੀ ਦੇ ਬਾਰੇ ਕਿੰਨੀ ਕੁ ਨੌਲੇਜ ਹੈ, ਆਪਣੇ ਦੇਸ਼ ਬਾਰੇ ਉਹਨਾਂ ਨੂੰ ਕਿੰਨਾ ਕੁ ਪਤਾ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਲੁਧਿਆਣੇ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ, ਜਿੱਥੇ ਅਸੀਂ ਜਾਣਾਂਗੇ ਕਿ ਲੋਕ ਇਸ ਚੀਜ਼ ਦੇ ਬਾਰੇ ਕਿੰਨਾ ਕੁ ਜਾਣੂ ਨੇ। 26 ਜਨਵਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੇ ਸਾਡੇ ਸਵਾਲ ਨੇ ਉਹਨਾਂ ਦੇ ਜਵਾਬ ਉਹਨਾਂ ਕੋਲ ਕਿੰਨੇ ਕੁ ਨੇ? 26 ਜਨਵਰੀ ਇਸ ਕਰਕੇ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ, ਆਜ਼ਾਦੀ ਵਾਲੇ ਦਿਨ। ਮੈਮ ਦੇਸ਼ ਆਜ਼ਾਦ ਹੋਇਆ ਸੀ ਤਾਂ ਉਹ ਤਾਂ ਇੰਡੀਪੈਂਡੈਂਸ ਡੇ ਹੈ ਨਾ। ਰਿਪਬਲਿਕ ਡੇ ਮਨਾਇਆ ਜਾਂਦਾ ਵਾ 26 ਜਨਵਰੀ ਨੂੰ। ਕਿਉਂ ਮਨਾਇਆ ਜਾਂਦਾ? ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਮੈਮ ਕਿਉਂ ਮਨਾਇਆ ਜਾਂਦਾ? ਸੰਵਿਧਾਨ ਲਾਗੂ ਹੋਇਆ ਸੀ ਕਿੰਨੀ ਤਰੀਕ ਨੂੰ ਸੰਵਿਧਾਨ ਲਾਗੂ ਹੋਇਆ ਸੀ? 26 ਜਨਵਰੀ ਸਨ 1950 ਉਹ ਮੈਮ ਨਾਲ ਵਾਲੇ ਦੱਸੀ ਜਾਂਦੇ ਆ। ਕਰ ਲਓ ਹੱਸਣ ਨਾ ਕਰ ਉਹ ਤਾਂ ਮੈਂ ਉਧਰ ਹੀ ਗੱਲ ਕਰ ਕੋਈ ਕੋਈ ਨਹੀਂ ਨਹੀਂ ਸਰ, ਆਓ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਨਾ। ਸਰ ਸੰਵਿਧਾਨ ਕਿਹਨੇ ਲਿਖਿਆ ਸੀ? ਮੈਮ ਡਾਕਟਰ B.R. ਅੰਬੇਦਕਰ ਕਮੇਟੀ ਦੇ ਮੈਂਬਰ ਸੀਗੇ, ਮੇਨ ਪ੍ਰਧਾਨ ਜੀ ਸੀਗੇ ਜੀ ਤੇ 7 ਮੈਂਬਰੀ ਕਮੇਟੀ ਬਣੀ ਸੀ, ਜੀ ਉਹੀ ਉਹਨਾਂ ਨੇ ਲਾਗੂ ਕੀਤਾ। ਜੀ। ਤੇ ਡਾਕਟਰ B.R. ਅੰਬੇਡਕਰ ਜੀ ਦਾ ਬਰਥ ਕਦੋਂ ਹੋਇਆ ਸੀ? 14 ਅਪ੍ਰੈਲ ਸਨ ਆਈ ਥਿੰਕ, ਮੈਨੂੰ ਯਾਦ ਨਹੀਂ ਆ ਰਿਹਾ। 14 ਅਪ੍ਰੈਲ। ਮੈਮ ਤੁਸੀਂ ਹੈਲਪ ਕਰੋਗੇ? ਤੁਹਾਡੀ ਕਰ ਰਹੇ ਸੀ। ਸਨ ਤੁਹਾਨੂੰ ਪਤਾ ਸਰ? ਹੁਣ ਯਾਦ ਨਹੀਂ ਹੈਗਾ। 14 ਅਪ੍ਰੈਲ ਹੀ ਹੈਗਾ। ਸਨ 1800 ਕੁਛ 1800 ਤੇ ਨੈਸ਼ਨਲ ਐਂਥਮ ਕਿਹੜਾ ਆਪਣਾ? ਜਨ ਗਣ ਮਨ ਜੀ ਕਿਹਨੇ ਲਿਖਿਆ ਸੀ? ਰਵਿੰਦਰਨਾਥ ਟੈਗੋਰ ਨੇ। ਜੀ। ਨੈਸ਼ਨਲ Song ਕਿਹੜਾ ਮੈਮ? ਨੈਸ਼ਨਲ ਸੰਗ ਰਾਸ਼ਟਰੀ ਆਪਣਾ ਗੀਤ। ਹਾਂਜੀ ਨੈਸ਼ਨਲ Song ਕਿਹੜਾ ਮੈਮ? जनगण ਮੈਮ ਫਿਰ ਨੈਸ਼ਨਲ ਐਂਥਮ ਕਿਹੜਾ? ਨੈਸ਼ਨਲ ਤੋਂ ਜਨਮ ਸਰ ਬੰਦੇ ਮਾਤਰਮ ਕਿਹਨੇ ਲਿਖਿਆ ਸੀ? ਬੰਦੇ ਮਾਤਰਮ ਸਰ
ਗਵਰਨਮੈਂਟ EMPLOYE ਹੋ ਤੁਸੀਂ ਸਾਰੇ? ਬੰਦੇ ਮਾਤਰ ਵੀ ਉਹਨੇ ਨਹੀਂ ਕਰਦੀ ਯਾਰ ਉਹ ਸਡਨਲੀ ਆ ਗਿਆ ਨਾ, ਉਹ ਯਾਦ ਹੈਗਾ ਕੋਈ ਬੰਦਾ। ਮੈਮ ਗਵਰਨਮੈਂਟ EMPLOYE ਆ ਨੇ ਸਾਰੇ, ਟੈਕਸਟ ਕਲੀਅਰ ਕਰਕੇ ਆਉਂਦੇ ਨੇ, ਇਹਨਾਂ ਨੂੰ ਫਿਰ ਸਡਨਲੀ ਪੁੱਛੋ, ਜਿੱਦਾਂ ਮਰਜ਼ੀ ਪੁੱਛੋ, ਪਤਾ ਹੋਣਾ ਚਾਹੀਦਾ ਨਾ। मैम 26 जनवरी क्यों मनाई जाती है? रिपब्लिक डे होता है ना इस दिन, इसलिए मनाई जाती है। वही था ना, रिपब्लिक डे तो हुंदा, गणतंत्र दिवस हुंदा, ये हुंदा क्यों आ? संविधान लागू होया सीगा हाँ 26 जनवरी 1950 में। हाँ जी। ते संविधान किने लिखिया सी? डॉक्टर अंबेडकर। पूरा नाम की है उन्हां दा? भीमराव अंबेडकर। ਤੇ ਮੈਮ ਜਿਹੜਾ 26 ਜਨਵਰੀ ਨੂੰ ਜਿਹੜੀ ਪਰੇਡ ਹੁੰਦੀ ਆ ਉਹਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਜਿਹੜੀ ਪਰੇਡ ਹੁੰਦੀ ਆ ਉਹਦੇ ਵਿੱਚ ਸਲਾਮੀਆਂ ਜਿਹੜੀ ਕਿਹਨੂੰ ਦਿੱਤੀ ਜਾਂਦੀ ਹੈ? नहीं पता नहीं ਸਰ 26 ਜਨਵਰੀ ਕਿਉਂ ਮਨਾਈ ਜਾਂਦੀ ਆ? 26 ਜਨਵਰੀ ਆਪਣਾ ਦੇਸ਼ ਆਜ਼ਾਦ ਹੋਇਆ ਸੀ। 26 ਜਨਵਰੀ ਨੂੰ ਦੇਸ਼ ਆਜ਼ਾਦ ਹੋਇਆ ਸੀ? ਨਹੀਂ, ਕਿਉਂ ਮਨਾਈ ਜਾਂਦੀ ਹੈ? ਆਪਣਾ ਗਣਤੰਤਰ ਦਿਵਸ ਹੁੰਦਾ ਜੀ। ਜੀ ਕਿਉਂ ਹੁੰਦਾ? ਇੰਨਾ ਤਾਂ ਯਾਦ ਨਹੀਂ ਹੈ। ਸਰ ਇਹ ਡੈਜ਼ਿਗਨੇਸ਼ਨ ਕੀ ਹੈ ਤੁਹਾਡੀ ਇੱਥੇ? ਮੈਂ PN ਆਈ। ਜੀ ਤੇ ਸਰ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ, ਮੈਂ ਤੁਹਾਨੂੰ ਦੱਸ ਦਿੰਨੀ ਆ। ਤੇ ਤੁਹਾਨੂੰ ਪਤਾ ਕਿ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹ ਲਿਖਿਆ ਕਿਹਨੇ ਆ? ਬਾਬਾ ਸਾਹਿਬ ਨੇ, ਜੀ ਡਾਕਟਰ BR ਅੰਬੇਡਕਰ ਜੀ। ਮੈਮ 26 ਜਨਵਰੀ ਕਿਉਂ ਮਨਾਈ ਜਾਂਦੀ ਆ? ਸਾਡੇ ਦੇਸ਼ ਲਈ ਬਹੁਤ ਬੜਾ ਦਿਨ ਹੁੰਦਾ ਮੈਡਮ, ਜੀ ਬਹੁਤ ਖੁਸ਼ੀ ਦਾ ਦਿਨ ਆ, ਜੀ ਕਿਉਂ? ਕਿਉਂਕਿ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ। 26 ਜਨਵਰੀ ਨੂੰ ਆਜ਼ਾਦ ਹੋਇਆ ਸੀ ਦੇਸ਼, 15 ਅਗਸਤ ਨੂੰ 15 ਹੋਇਆ। ਅਗਸਤ ਨੂੰ ਸੌਰੀ ਮੈਮ। ਜੀ ਹਾਂ, ਇਸ ਕਰਕੇ 26 ਜਨਵਰੀ ਵੀ ਸਾਡੇ ਲਈ ਤਾਂ ਬਹੁਤ ਵਧੀਆ ਦਿਨ ਹੈ, ਕਿਉਂ? ਖੁਸ਼ੀ ਮਿਲਦੀ ਹੈ ਮੈਮ ਸਾਨੂੰ। ਫਿਰ ਵੀ ਕੋਈ ਰੀਜ਼ਨ ਹੋਏਗਾ 26 ਜਨਵਰੀ ਨੂੰ ਮਨਾਉਣ ਦਾ? ਹਾਂਜੀ, ਹੁਣ ਇੰਨਾ ਤਾਂ ਧਿਆਨ ਬੇਟਾ। ਮੈਮ 26 ਜਨ ਨੂੰ ਕੀ ਹੋਇਆ ਸੀ? ਦੇਸ਼ ਆਜ਼ਾਦ ਹੋਇਆ। ਹਾਂਜੀ ਸਰ ਮੈਮ ਕੀ ਸਰ ਕੀ ਡੈਜ਼ਿਗਨੇਸ਼ਨ ਆ ਤੁਹਾਡੀ? ਮੈਂ ਮਿਊਨਿਸਪਲ ਅਨਾਉਂਸਮੈਂਟ ਤੇ ਹਾਂ, ਅਨਾਉਂਸਰ ਹਾਂ ਜੀ। ਜੀ ਸਰ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਸੀਗਾ ਕਿ 26 ਜਨਵਰੀ ਆਉਣ ਵਾਲੀ ਹੈ ਤੇ 26 ਜਨਵਰੀ ਕਿਉਂ ਮਨਾਈ ਜਾਂਦੀ? 26 ਜਨਵਰੀ ਨੂੰ ਸਾਡੇ ਭਾਰਤ ਸੰਵਿਧਾਨ ਦਾ ਓਪਨ ਹੋਇਆ ਸੀਗਾ, ਇਸ ਲਈ ਇਸ ਨੂੰ ਗਣਤੰਤਰ ਦਿਵਸ ਕਿਹਾ ਜਾਂਦਾ ਹੈ ਤੇ ਹਰ ਇੱਕ ਸਾਲ ਇਸ ਨੂੰ 26 ਤਰੀਕ ਨੂੰ ਇਸ ਨੂੰ ਮਾਨਤਾ ਮਿਲਦੀ ਹੈ। ਤੇ ਸਾਰੇ ਜਿੰਨੇ ਵੀ ਸਾਡੇ ਭਾਰਤ ਵਾਸੀ ਹਨ ਇਸ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਉਦਮ ਨਾਲ ਮਨਾਉਂਦੇ ਹਨ ਤੇ ਬੜਾ ਇਹ ਜਿਹੜਾ ਤਿਉਹਾਰ ਹੈ ਸਾਨੂੰ ਆਪਣੇ ਸ਼ਹੀਦਾਂ ਦੀ ਮਹੱਤਤਾ ਬਾਰੇ ਜਣਾਉਂਦਾ ਹੈ। ਸਰ ਸੰਵਿਧਾਨ ਕਿਹਨੇ ਲਿਖਿਆ ਸੀਗਾ? ਇਹ ਸ਼੍ਰੀ ਅੰਬੇਦਕਰ ਸਾਹਿਬ ਜੀ ਨੇ ਇਸ ਨੂੰ ਓਪਨ ਕੀਤਾ ਸੀਗਾ ਤੇ ਉਹ ਜੋ ਕਿ ਆਲ ਰਾਈਟ ਰਿਜ਼ਰਵਡ ਐਂਡ ਅਦਰ ਇਹਨਾਂ ਨੇ ਓਪਨ ਕੀਤੇ ਸੀਗੇ ਸਾਰੇ। ਸਰ ਤੁਹਾਨੂੰ ਪਤਾ ਕਿ ਜਿਹੜਾ ਸੰਵਿਧਾਨ ਆ ਉਹਨੂੰ ਲਿਖਣ ਦੇ ਲਈ, ਉਹਨੂੰ ਬਣਾਉਣ ਦੇ ਲਈ ਕਿੰਨਾ ਟਾਈਮ ਲੱਗਿਆ ਸੀ? ਉਸ ਨੂੰ ਟਾਈਮ ਨੂੰ ਲੱਗਿਆ ਸੀਗਾ ਤਕਰੀਬਨ 5-4 ਸਾਲ ਤੋਂ। ਤਾਂ ਉਹਨਾਂ ਦੀ ਆਪਣੇ ਜਦੋਂ ਤੋਂ ਸਾਡਾ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਬਾਅਦ ਇਹਨਾਂ ਨੇ 5-4 ਸਾਲ ਦੇ ਵਿੱਚ ਇਸ ਨੂੰ ਓਪਨ ਕੀਤਾ ਜੀ। ਸਰ 2 ਸਾਲ 11 ਮਹੀਨਿਆਂ ਦੇ ਵਿੱਚ ਆਪਣਾ ਸੰਵਿਧਾਨ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ। ਅੱਛਾ ਜੀ। ਜੀ ਤੇ ਸਰ ਜਿਹੜੇ ਡਾਕਟਰ BR ਅੰਬੇਡਕਰ ਜੀ ਉਹਨਾਂ ਦਾ ਜਨਮ ਪਤਾ ਤੁਹਾਨੂੰ ਕਦੋਂ ਹੋਏਗਾ? ਨਹੀਂ ਸਰ, ਮੈਨੂੰ ਨਹੀਂ ਪਤਾ ਉਹਦੇ ਬਾਰੇ। ਸਰ 26 ਜਨਵਰੀ ਕਦੋਂ ਮਨਾਈ ਜਾਂਦੀ ਆ? 26 जनवरी ਕਿਉਂ ਮਨਾਈ ਜਾਂਦੀ ਆ? गणतंत्र दिवस था। ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ? आज़ादी का दिन होंदा। ਆਜ਼ਾਦ ਹੋਇਆ ਸੀ ਦੇਸ਼ ਇਸ ਦਿਨ? हाँ जी। ਪੱਕਾ ਸਰ? यस। ਸਰ ਫਿਰ 15 ਅਗਸਤ ਨੂੰ ਕੀ ਹੋਇਆ ਸੀ? 15 अगस्त ਨੂੰ याद नहीं। ਮੈਮ 26 ਜਨਵਰੀ ਨੂੰ ਕੀ ਹੋਇਆ ਸੀ? ਗਣਤੰਤਰ ਦਿਵਸ ਸੰਵਿਧਾਨ ਲਾਗੂ ਹੋਇਆ ਇੰਡੀਆ ਦਾ। ਜੀ ਤੇ ਕਿਹਦੇ ਕਰਕੇ ਲਾਗੂ ਹੋਇਆ ਸੀ? ਡਾਕਟਰ BR ਅੰਬੇਦਕਰ ਕਰਕੇ। ਜੀ ਤੇ ਸੰਵਿਧਾਨ ਨੂੰ ਲਿਖਣ ਬਣਾਉਣ ਨੂੰ ਕਿੰਨਾ ਟਾਈਮ ਲੱਗਿਆ ਸੀ? ਸੌਰੀ ਆਈ ਡੋਨਟ ਨੋ। ਜੀ ਤੇ ਗਣਤੰਤਰ ਦਿਵਸ ਤੇ ਕੀ ਕੀਤਾ ਜਾਂਦਾ ਵਾ? ਉਹ ਫਲੈਗ ਮੇਅਰ ਸਾਹਿਬ ਕਰਦੇ ਨੇ ਸਾਡੇ ਤੇ ਇੱਥੇ। ਜੀ ਤੇ ਜਦੋਂ ਨਵੀਂ ਦਿੱਲੀ ਦੇ ਵਿੱਚ ਜਿਹੜਾ ਪਰੇਡ ਹੁੰਦੀ ਹੈ ਗਣਤੰਤਰ ਦਿਵਸ ਦੀ, ਤਾਂ ਜਿਹੜੀ ਸਲਾਮੀ ਹੁੰਦੀ ਹੈ ਉਹ ਕਿਹਨੂੰ ਜਾਂਦੀ ਹੈ? ਆਈ ਥਿੰਕ ਰਾਸ਼ਟਰਪਤੀ, ਆਈ ਡੋਨਟ ਨੋ। ਸਰ 26 ਜਨਵਰੀ ਨੂੰ ਕੀ ਹੋਇਆ ਸੀ? ਹਨਾ ਸੰਵਿਧਾਨ ਹੋਣਾ ਸੀ 1956 ਕੇ 54 ਦੇ ਵਿੱਚ ਜਿਹੜਾ ਉਹਨਾਂ ਨੇ 1950 ਦੇ ਵਿੱਚ। ਹਾਂਜੀ ਦੱਸ ਉਹਨਾਂ ਕਰਕੇ ਜਿਹੜਾ ਮਨਾਇਆ ਜਾਂਦਾ 26 ਜਨਵਰੀ ਮੇਨ ਜੀ। ਸਰ ਸੰਵਿਧਾਨ ਦੇ ਵਿੱਚ ਆਪਣੇ ਕੁਝ ਫੰਡਾਮੈਂਟਲ ਰਾਈਟਸ ਨੇ, ਦੱਸੋਗੇ ਕੀ ਨੇ? ਮੈਡਮ ਹੁਣ ਇਹਨਾਂ ਦਾ ਤੁਹਾਨੂੰ ਕੋਈ ਜਾਣਕਾਰ ਤੁਹਾਨੂੰ ਆਪਣੇ ਫੰਡਾਮੈਂਟਲ ਰਾਈਟਸ ਨਹੀਂ ਪਤਾ? ਤੁਸੀਂ ਦੱਸ ਦਿਓ ਮੈਡਮ ਪਹਿਲਾਂ। ਮੈਨੂੰ ਤਾਂ ਪਤਾ ਸਰ। ਦੱਸੋ ਬਈ। ਫੰਡਾਮੈਂਟਲ ਰਾਈਟਸ ਨੇ ਜਿਹੜੇ ਆਪਣੇ ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਫਰੀडम ਆਫ ਰਿਲੀਜਨ। ਮੈਨੂੰ ਗੱਲਾਂ ਸਭ ਨੂੰ ਹੀ ਪਤਾ ਵਾ। ਸਰ ਤੁਹਾਨੂੰ ਪਤਾ ਨਹੀਂ ਸੀ? ਤਾਂ ਹੀ ਮੈਂ ਕਹਿੰਦਾ ਤੁਹਾਨੂੰ ਸਭ ਨੂੰ ਪਤਾ ਮੈਡਮ ਚੀਜ਼ਾਂ ਦਾ। ਸਰ ਹਾਂ, ਕਿਉਂਕਿ ਪਤਾ ਕੀ ਚੱਕਰ ਹੈ ਮੈਂ ਤਾਂ। ਸਰ ਫੰਡਾਮੈਂਟਲ ਰਾਈਟਸ ਜਦੋਂ ਸਭ ਨੂੰ ਪਤਾ ਹੁੰਦਾ। ਹਾਂਜੀ ਸਰ 26 ਜਨਵਰੀ ਨੂੰ ਕੀ ਹੋਇਆ ਸੀ? 26 ਜਨਵਰੀ ਨੂੰ ਕੀ ਹੋਇਆ ਸੀ? ਕਿ ਸੰਵਿਧਾਨ ਦੀ ਸਥਾਪਨਾ ਹੋਈ ਸੀ ਮੈਡਮ। ਹਾਂ, ਕਿਹਦੇ ਦੁਆਰਾ ਕੀਤੀ ਗਈ ਸੀ? ਡਾਕਟਰ ਅੰਬੇਦਕਰ ਦੁਆਰਾ। ਹੋਰ ਕਰਦੇ ਜੀ
ਉਸ ਤੋਂ ਪਹਿਲਾਂ ਲਿਖਿਆ ਗਿਆ ਸੀ, ਉਸ ਦਿਨ ਲਾਗੂ ਹੋਇਆ ਸੀਗਾ ਜੀ ਉਹ। ਜੀ 26 ਜਨਵਰੀ ਕਿਉਂ ਮਨਾਈ ਜਾਂਦੀ ਹੈ? 26 ਜਨਵਰੀ ਗਣਤੰਤਰ ਦਿਵਸ। ਹਾਂਜੀ 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 ਕਿਉਂ ਮਨਾ ਹਾਂ, ਉਹਦਾ ਸੰਵਿਧਾਨ ਮੇਰੇ ਖਿਆਲ ਉਹਦੇ 'ਚ ਲਿਖਿਆ ਹੈ ਨਾ 26 ਜਨਵਰੀ ਨੂੰ। ਖਿਆਲ ਆ? ਹਾਂਜੀ ਹਾਂਜੀ ਚਲੋ ਠੀਕ ਹੈ। ਹਾਂਜੀ ਮੈਮ ਸੰਵਿਧਾਨ ਕਦੋਂ ਲਾਗੂ ਹੋਇਆ ਸੀ? 1956 ਪੱਕਾ? ਹਾਂਜੀ 26 ਜਨਵਰੀ ਕਿਉਂ ਮਨਾਈ ਜਾਂਦੀ ਹੈ? ਗਣਤੰਤਰ ਦਿਵਸ ਹੈ, ਰਿਪਬਲਿਕ ਡੇ। ਜੀ ਹਾਂਜੀ ਰਿਪਬਲਿਕ ਡੇ ਆ, ਇੰਡੀਆ ਦਾ ਸੰਵਿਧਾਨ ਲਾਗੂ ਹੋਇਆ ਸੀਗਾ। ਜੀ ਮੈਮ ਸੰਵਿਧਾਨ 1950 ਵਿੱਚ ਲਾਗੂ ਹੋਇਆ ਸੀ। ਸੌਰੀ ਮੈਮ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ? ਸੌਰੀ ਮੈਮ, ਮੈਂ ਲੇਟ ਹੋ ਰਹੀ ਹਾਂ। ਸਰ ਸੰਵਿਧਾਨ ਕਿਉਂ ਲਾਗੂ ਹੋਇਆ ਸੀ? ਪਤਾ ਨਹੀਂ ਮੈਡਮ। ਸਰ ਸੰਵਿਧਾਨ ਕਦੋਂ ਲਾਗੂ ਹੋਇਆ ਸੀ? 26 ਜਨਵਰੀ 1950 ਨੂੰ ਜੀ, ਜੀ ਤੇ 26 ਜਨਵਰੀ ਕਿਉਂ ਮਨਾਈ ਜਾਂਦੀ ਆ? ਕਿਉਂਕਿ ਇਸ ਦਿਨ ਸਾਡਾ ਕਨਸਟੀਟਿਊਸ਼ਨ ਐਸਟੈਬਲਿਸ਼ਮੈਂਟ ਹੋਈ ਸੀ। ਜੀ ਸਰ ਆਪਣੇ ਫੰਡਾਮੈਂਟਲ ਰਾਈਟਸ ਕਿੰਨੇ ਨੇ? ਇਸ ਬਾਰੇ ਤਾਂ ਨਹੀਂ ਮੈਨੂੰ ਜਾਣਕਾਰੀ ਜੀ। ਤੇ ਜਦੋਂ 26 ਜਨਵਰੀ ਨੂੰ ਝੰਡਾ ਲਹਿਰਾਇਆ ਜਾਂਦਾ ਵਾ ਨਵੀਂ ਦਿੱਲੀ ਦੇ ਵਿੱਚ, ਤਾਂ ਜਿਹੜੀ ਸਲਾਮੀ ਆ ਉਹ ਕਿਹਨੂੰ ਦਿੱਤੀ ਜਾਂਦੀ ਆ? ਆਈ ਡੋਂਟ ਨੋ ਜੀ। ਮੈਮ ਸੰਵਿਧਾਨ ਕਦੋਂ ਲਾਗੂ ਹੋਇਆ ਸੀ? 26 ਜਨਵਰੀ 1950 ਨੂੰ। ਜੀ ਤੇ ਸੰਵਿਧਾਨ ਕਿਹਨੇ ਲਿਖਿਆ ਸੀ? ਇਹ ਜਿਹੜੇ ਆਪਣੇ ਡਾਕਟਰ ਬੀ ਆਰ ਅੰਬੇਦਕਰ ਸੀਗੇ, ਉਹਨਾਂ ਨੇ ਕਾਫੀ ਸਾਰੇ ਦੇਸ਼ਾਂ ਤੋਂ ਇਹਨਾਂ ਦਾ ਅਲੱਗ-ਅਲੱਗ ਉਹ ਇਕੱਠਾ ਕੀਤਾ ਸੀਗਾ। ਜੀ ਹਾਂਜੀ ਤੇ ਕਿੰਨੇ ਟਾਈਮ ਦੇ ਵਿੱਚ ਸੰਵਿਧਾਨ ਤਿਆਰ ਹੋ ਗਿਆ ਸੀ? ਇਹ ਅਪਰੋਕਸ 2 ਸਾਲ 11 ਮਹੀਨੇ ਕੁਝ ਦਿਨ। ਐਗਜ਼ੈਕਟਲੀ ਨਹੀਂ, ਇੰਨਾ ਤਾਂ ਨਹੀਂ ਯਾਦ ਹੈ। 2 ਸਾਲ 11 ਮਹੀਨੇ। ਹਾਂਜੀ ਜੀ ਜੀ 2 ਸਾਲ 11 ਮਹੀਨੇ ਹੀ ਤਿਆਰ ਹੋਇਆ ਸੀ, ਮੈਂ ਦੱਸ ਰਹੀ ਹਾਂ। ਇਹਦੇ ਟਾਈਮ 'ਚ ਸੀ। ਓਕੇ, ਥੈਂਕ ਯੂ ਮੈਮ। ਤੇ ਮੈਮ ਜਿਹੜੀ ਕਿ ਸਲਾਮੀ ਦਿੱਤੀ ਜਾਂਦੀ ਹੈ ਨਵੀਂ ਦਿੱਲੀ ਦੇ ਵਿੱਚ ਜਦੋਂ ਪਰੇਡ ਹੁੰਦੀ ਹੈ, ਤਾਂ ਉਹ ਕਿਹਨੂੰ ਦਿੱਤੀ ਜਾਂਦੀ ਹੈ? ਇਹ ਜਿੱਦਾਂ ਸਾਡੇ ਜਿਹੜਾ ਰਾਸ਼ਟਰੀ ਸਾਡਾ ਧਵਜ ਹੈਗਾ ਵਾ, ਜਿਵੇਂ ਸਾਡਾ ਰਾਸ਼ਟਰੀ ਝੰਡਾ ਉਹ ਲਹਿਰਾਇਆ ਜਾਂਦਾ। ਔਰ ਸਲਾਮੀ ਸਲਾਮ ਕਰਦੇ ਹੋ, ਕਿਹਨੂੰ ਦਿੱਤੀ ਜਾਂਦੀ ਹੈ? ਇਹ ਸਲਾਮੀ ਦਿੱਤੀ ਜਾਂਦੀ ਜਿੱਦਾਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਗਏ ਨੇ। ਆਪਣਾ ਨੈਸ਼ਨਲ ਫਲੈਗ ਨੂੰ ਦਿੱਤੀ ਜਾਂਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਹੋ ਗਏ, ਰਾਸ਼ਟਰਪਤੀ ਹੋ ਗਏ, ਜਾਂ ਜਿਹੜੇ ਆਪਾਂ ਬਾਹਰੋਂ। ਰਾਸ਼ਟਰਪਤੀ। ਥੈਂਕ ਯੂ ਮੈਮ, ਕਰੈਕਸ਼ਨ ਲਈ। ਦੇਸ਼ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ? ਦੇਸ਼ ਦਾ ਸੰਵਿਧਾਨ 26 ਜਨਵਰੀ ਨੂੰ ਲਾਗੂ ਹੋਇਆ ਸੀ। ਜੀ ਤੇ ਸਰ ਨੈਸ਼ਨਲ ਐਂਥਮ ਕੀ ਹੈ ਆਪਣਾ? ਜਨ ਗਣ ਮਨ। ਕਿਹਨੇ ਲਿਖਿਆ ਸੀ? ਇਹਦੇ ਬਾਰੇ ਨੌਲੇਜ ਨਹੀਂ ਹੈਗੀ। ਨੈਸ਼ਨਲ Song? ਨੈਸ਼ਨਲ Song ਆਪਣਾ ਰਾਸ਼ਟਰੀ ਗੀਤ ਹੈਗਾ, ਕੁਝ ਯਾਦ ਨਹੀਂ ਹੈਗਾ। ਸਰ ਸੰਵਿਧਾਨ ਕਦੋਂ ਲਾਗੂ ਹੋਇਆ ਸੀ? ਹਾਂਜੀ ਸੰਵਿਧਾਨ ਕਦੋਂ ਲਾਗੂ ਹੋਇਆ ਸੀ? ਸੰਵਿਧਾਨ ਲਾਗੂ ਕਦੋਂ ਹੋਇਆ ਸੀ? 1950 ਜੀ। ਤਰੀਕ? 26 ਜਨਵਰੀ। ਜੀ ਤੇ ਸੰਵਿਧਾਨ ਲਿਖਿਆ ਕਿਹਨੇ ਸੀ? ਸੰਵਿਧਾਨ ਡਾਕਟਰ ਬੀ ਆਰ ਅੰਬੇਡਕਰ ਜੀ ਨੇ। ਜੀ ਕਿੰਨੇ ਟਾਈਮ 'ਚ? ਆਈ ਥਿੰਕ ਸੌਰੀ। ਸਭ ਤੋਂ ਵੱਡੀ ਪਰੇਡ ਕਿੱਥੇ ਹੁੰਦੀ ਆ? ਸਭ ਤੋਂ ਵੱਡੀ ਪਰੇਡ ਮਤਲਬ ਪਰੇਡ ਕਿੱਥੇ ਹੁੰਦੀ ਆ? ਦਿੱਲੀ। ਦਿੱਲੀ। ਤੇ ਜਦੋਂ ਉਸ ਪਰੇਡ ਦੇ ਵਿੱਚ ਸਲਾਮੀ ਦਿੱਤੀ ਜਾਂਦੀ ਹੈ ਤਾਂ ਕਿਹਨੂੰ ਦਿੱਤੀ ਜਾਂਦੀ ਹੈ? ਤਿਰੰਗੇ ਨੂੰ ਜੀ। ਸੋ ਅਸੀਂ ਗੱਲਬਾਤ ਕੀਤੀ 26 ਜਨਵਰੀ ਨੂੰ ਲੈ ਕੇ ਸਰਕਾਰੀ ਅਹੁਦੇ ਤੇ ਬੈਠੇ ਮੁਲਾਜ਼ਮਾਂ ਦੇ ਨਾਲ। ਉਹਨਾਂ ਦੇ ਜਵਾਬ ਕੀ ਸੀ ਉਸ ਨੂੰ ਲੈ ਕੇ, ਜਿਹੜੀ 26 ਜਨਵਰੀ ਦੇ ਰਿਲੇਟਡ ਕੁਐਸਚਨਸ ਪੁੱਛੇ ਗਏ ਸੀ, ਉਹਨਾਂ ਨੇ ਕੀ ਜਵਾਬ ਦਿੱਤੇ ਤੇ ਉਹਨਾਂ ਦੇ ਰਿਐਕਸ਼ਨਸ ਕੀ ਸੀ, ਉਹ ਸਭ ਤੁਸੀਂ ਦੇਖ ਚੁੱਕੇ ਹੋ। ਤੇ ਹੁਣ ਜਿਵੇਂ ਕਿ ਪਹਿਲਾਂ ਵੀ ਅਸੀਂ ਲੁਧਿਆਣਾ ਲਾਈਵ ਤੇ ਵੀਡੀਓਜ਼ ਦਿਖਾਈਆਂ ਸੀ, ਇੱਕ ਐਡਵੋਕੇਟ ਨੇ ਜਿਹੜੇ ਕਿ ਝੁੱਗੀਆਂ ਝੋਪੜੀਆਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਭ ਤੋਂ ਅਲੱਗ ਜਿਹੜੀ ਕਿ ਐਜੂਕੇਸ਼ਨ ਆ ਬੱਚਿਆਂ ਨੂੰ ਦਿੰਦਾ ਵਾ, ਤੇ ਇਹੀ ਜਾਣਨ ਲਈ ਕਿ ਉਹਨਾਂ ਬੱਚਿਆਂ ਨੂੰ 26 ਜਨਵਰੀ ਨਾਲ ਸੰਬੰਧਿਤ ਕਿੰਨੀ ਕੁ ਨੌਲੇਜ ਹੈ। ਅਸੀਂ ਅਚਾਨਕ ਉੱਥੇ ਪਹੁੰਚ ਚੁੱਕੇ ਆ ਤੇ ਹੁਣ ਬੱਚਿਆਂ ਨਾਲ ਗੱਲਬਾत ਕਰਦੇ हैं, जानते हैं उन्होंने इस बारे कितनी का नॉलेज है। आपको पता है 26 जनवरी आ रही है? यस। 26 जनवरी क्यों मनाई जाती है? क्योंकि इस दिन हमारा कॉन्स्टिट्यूशन लागू हुआ था। जी कॉन्स्टिट्यूशन है क्या? कॉन्स्टिट्यूशन इज अ डॉक्यूमेंट विच इन्फॉर्म्स अबाउट आवर राइट्स एंड ड्यूटीज एंड हाउ आवर कंट्री इंडिया इज टू बी एडमिनिस्टर्ड। हिंदी में बता सकते हो आप? यस बताओ। कॉन्स्टिट्यूशन एक बुक है जिसमें हमारे राइट्स और ड्यूटीज लिखे हैं और कंट्री कैसे चलानी है ये भी लिखी है। कॉन्स्टिट्यूशन में सबसे इम्पोर्टेंट क्या है? प्रेम्बल। एक्सप्लेन करोगे उसको? यस जी। We the people of India having solemnly resolved to constitute India into a sovereign, socialist, secular, democratic republic and to secure to all its citizens justice, social, economic and political liberty of thought, expression, belief, faith and worship, equality of status and opportunity, and to promote among them all fraternity, assuring the dignity of the individual and the unity and integrity of the nation. संविधान कब लागू हुआ था? 26 जनवरी को 1915। किसने लागू किया? संविधान किसने लिखा था? डॉक्टर बी आर अम्बेडकर। संविधान को लिखने के लिए कितना टाइम लगा था? 2 साल से ज़्यादा। 2 साल 11 महीने, है ना? यस।
हमारे राइट्स क्या हैं? right to life, right to food, right to education, right to shelter, right to livelihood, right to equality, right to life with human dignity. हिंदी में बताना। राइट टू लाइफ का मतलब हमें जीने का हक है, राइट टू एजुकेशन जैसे हमें पढ़ने का हक है, राइट टू फूड खाना खाने का हक है, राइट टू इक्वालिटी सबको बराबर मानना चाहिए। अच्छा, ABC आती है आपको? यस। सुनाना। A for admin, B for ballot box, C for constitution, D for democracy, E for election, F for freedom, G for government, H for happy, I for independent, J for judge, K for knowledge, L for law, M for money, N for notice, O for opinion, P for power, Q for question, R for right, S for state, T for tax, U for unique, V for vote, W for work, X for extra, Y for youth, Z for Z। वाह। अच्छा ये बताओ कि एडमिनिस्ट्रेशन कैसे होती है कंट्री की? कंट्री का एडमिन है प्राइम मिनिस्टर, और स्टेट का एडमिन है चीफ मिनिस्टर, डिस्ट्रिक्ट का एडमिन है डिप्टी कमिश्नर, सब डिविजनल का एडमिन है सब डिविजनल ऑफिसर। वाह। हमारी ड्यूटीज़ क्या है? To respect national flag, to respect constitution, to keep cleanliness, to keep environment, to plant trees। अच्छा, हमारे नेशनल फ्लैग में कितने कलर होते हैं? 3। कौन कौन से? ऑरेंज, वाइट, ग्रीन। अच्छा चलो ये बताओ कि जो हमारे राइट्स हैं, अगर हमें राइट्स नहीं मिलते तो हमें क्या करना चाहिए? हमें केस करना चाहिए कहाँ जाके? कोर्ट में। हमारे जो प्रोटेक्टर है, राइट्स के प्रोटेक्टर है, वो कोर्ट है। कोर्ट है। डेमोक्रेसी क्या है? Democracy means there is for election, in the election there is for vote, whosoever gets the maximum vote gets, if for elected the one who gets। हिंदी में पता है? पहले डेमोक्रेसी में पहले इलेक्शन होता है, फिर वोट गिना जाता है, जिसको ज़्यादा वोट मिलता है और फिर गवर्नमेंट बनता है, उसके बाद उसके पास टैक्स का पैसा जाता है। सोशल सर्विस क्या होती है? टू थिंक अबाउट अदर्स इन रियल, टू हेल्प अदर्स इन रियल। हिंदी में कि सोचना नहीं चाहिए, इंसान को रियल में करके दिखाना है। सो 26 जनवरी जिस दिन के साਡਾ ਸੰਵਿਧਾਨ ਆ ਜਿਹੜਾ ਕਿ ਲਾਗੂ ਹੋਇਆ ਸੀ, ਉਸ ਨੂੰ ਲੈ ਕੇ ਇੱਕ ਛੋਟੀ ਜਿਹੀ ਕੁਇਜ਼ ਸੀ ਜਿਹੜੀ ਕਿ ਅਸੀਂ ਕੁਐਸਚਨਸ ਰੱਖੇ ਸੀਗੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਤੋਂ ਵੀ, ਤੇ ਉਸ ਤੋਂ ਬਾਅਦ ਵਿੱਚ ਇਹਨਾਂ ਬੱਚਿਆਂ ਦੇ ਕੋਲ ਅਚਾਨਕ ਪਹੁੰਚ ਕੇ ਇਹਨਾਂ ਤੋਂ ਕੁਐਸਚਨਿੰਗ ਕੀਤੀ ਗਈ। ਤਾਂ ਇਹਨਾਂ ਦੇ ਜਵਾਬ ਤੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਜਵਾਬ ਨੇ ਤੁਸੀਂ ਖੁਦ ਦੇਖ ਸਕਦੇ ਹੋ, ਉਹਨਾਂ ਦੇ ਰਿਐਕਸ਼ਨਸ ਖੁਦ ਦੇਖ ਸਕਦੇ ਹੋ ਕਿ ਕਿੰਨੀ ਕੁ ਨੌਲੇਜ ਹੈ। ਤੇ ਅਸੀਂ ਇਹ ਕਹਾਂਗੇ ਕਿ ਜਿਹੜੇ ਸਰਕਾਰੀ ਅਹੁਦਿਆਂ ਤੇ ਮੁਲਾਜ਼ਮ ਬੈਠੇ ਨੇ ਉਹਨਾਂ ਨਾਲੋਂ ਸ਼ਾਇਦ ਜ਼ਿਆਦਾ ਇਹ ਬੱਚੇ ਹੱਕਦਾਰ ਨੇ ਉਹਨਾਂ ਨੌਕਰੀਆਂ ਦੇ। ਤੇ ਜਿਹੜੀ ਕੁਆਲਿਟੀ ਐਜੂਕੇਸ਼ਨ ਹੈ ਇਹਨਾਂ ਬੱਚਿਆਂ ਨੂੰ ਇੱਥੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਮਿਲਦੀ ਪਈ। ਅਗਰ ਅਜਿਹੀ ਐਜੂਕੇਸ਼ਨ ਆ ਬੱਚਿਆਂ ਨੂੰ ਮਿਲੇਗੀ, ਬਾਕੀ ਬੱਚੇ ਨੇ ਜਿਹੜੇ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਉਹਨਾਂ ਨੂੰ ਅਗਰ ਇਸ ਤਰ੍ਹਾਂ ਦੀ ਐਜੂਕੇਸ਼ਨ ਮਿਲੇਗੀ ਤਾਂ ਜਿਹੜਾ ਦੇਸ਼ ਆ ਉਸ ਦਾ ਸੁਧਾਰ ਵੀ ਹੋਏਗਾ ਤੇ ਦੇਸ਼ ਤਰੱਕੀ ਵੀ ਕਰੇਗਾ। ਕੈਮਰਾਮੈਨ ਰਾਹੁਲ ਕਸ਼ਪ ਦੇ ਨਾਲ ਮੈਂ ਈਸ਼ਾ, ਲੁਧਿਆਣਾ ਲਾਈਵ।